ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਸ਼ਨ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ-ਬਿਆਨੀ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਕਾਫੀ ਗਰਮੀ ਪਈ ਹੈ। ਲਗਭਗ 40 ਡਿਗਰੀ ਤੱਕ ਤਾਪਮਾਨ ਰਿਹਾ। ਮੌਸਮ ਵਿਭਾਗ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅੱਜ ਤੋਂ ਯਾਨੀ ਕਿ ਜੁਲਾਈ ਪਹਿਲੀ ਤੋਂ ਪੰਜਾਬ ਦੇ ਵਿੱਚ ਮੌਸਮ ਆ ਜਿਹੜਾ ਉਹ ਇੱਕ ਹਫ਼ਤੇ ਦੇ ਵਿੱਚ ਬਦਲ ਸਕਦਾ ਹੈ। ਅੱਜ ਵੀ ਕਈ ਥਾਵਾਂ ਦੇ ਉੱਤੇ ਬੱਦਲਬਾਈ ਦੇ ਅਸਾਰ ਪ੍ਰਗਟਾਏ ਗਏ ਆ। ਵੈਸੇ ਕੁਝ ਕਹਿ ਨਹੀਂ ਸਕਦੇ, ਜੋ ਮੌਸਮ ਵਿਭਾਗ ਕਹਿੰਦਾ ਉਹ ਉਵੇਂ ਹੀ ਹੋਣਾ, ਕਿਉਂਕਿ ਲਗਭਗ 20 ਦਿਨ ਪਹਿਲਾਂ ਇਹ ਗੱਲ ਕਹੀ ਗਈ ਸੀ ਕਿ 15 ਦਿਨ ਪਹਿਲਾਂ ਹੀ ਪੰਜਾਬ ਦੇ ਵਿੱਚ ਮੌਨਸੂਨ ਪਾਉਣਾ ਆ ਗਈਆਂ, ਪਰ ਉਹ ਪੰਜਾਬ ਦੇ ਵਿੱਚ ਵੜਨ ਦੀ ਥਾਂ ਦੇ ਉੱਤੇ ਤੇ ਰਾਜਸਥਾਨ ਵੱਲ ਮੋੜਾ ਕੱਟ ਗਈਆਂ। ਤੇ ਹੁਣ ਮੌਸਮ ਵਿਭਾਗ ਨੇ ਕਿਹਾ ਜੀ ਕਿ ਇਸ ਹਫ਼ਤੇ ਦੇ ਵਿੱਚ ਯਾਨੀ ਕਿ ਜੁਲਾਈ ਦੇ ਪਹਿਲੇ ਹਫ਼ਤੇ ਦੇ ਵਿੱਚ ਮੌਨਸੂਨ ਪਾਉਣਾ ਪੰਜਾਬ ਦੇ ਵੱਲ ਫਿਰ ਫੇਰਾ ਪਾ ਲੈਣਗੀਆਂ। ਪੰਜਾਬ ਦੇ ਵਿੱਚ ਉੱਤਰੀ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਤਾਂ ਗਰਮੀ ਚੋਖੀ ਪੈ ਹੀ ਰਹੀ ਹੈ, ਪਰ ਐਤਕੀ ਕੈਨੇਡਾ ਦੇ ਵਿੱਚ ਵੀ ਤਾਪਮਾਨ ਨੇ ਰਿਕਾਰਡ ਤੋੜ ਦਿੱਤਾ। ਇੰਨੀ ਗਰਮੀ ਪੈ ਰਹੀ ਹੈ ਵੀ ਹਰ ਰੋਜ਼ ਉੱਥੋਂ ਵੀ ਮੌਤਾਂ ਦੀਆਂ ਖਬਰਾਂ ਪ੍ਰਾਪਤ ਹੋ ਰਹੀਆਂ। ਕਹਿਣ ਦਾ ਭਾਵ ਇਹ ਹੈ ਕਿ ਇਹਨੂੰ ਅਸੀਂ ਆਲਮੀ ਤਪਸ਼ ਦਾ ਅਸਰ ਕਹਿ ਲਈਏ ਜਾਂ ਕੋਈ ਹੋਰ ਕਾਰਨ ਨਾਲ ਜੋੜ ਲਈਏ। ਗਰਮੀ ਦੇ ਕਹਿਰ ਦੇ ਕਰਕੇ ਬਹੁਤ ਕੁਝ ਨਵਾਂ ਹੋ ਰਿਹਾ। ਰਿਕਾਰਡ ਜਿਵੇਂ ਗਰਮੀ ਦਾ ਟੁੱਟ ਰਿਹਾ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਅਚੰਭੇ ਵਾਲੀ ਗੱਲ ਹੈ। ਪਰ ਇਸ ਵਕਤ ਕਿਸਾਨੀ ਨੂੰ ਵੀ ਤੇ ਹਰ ਕਿਸੇ ਨੂੰ ਪੰਜਾਬ ਦੇ ਵਿੱਚ ਮੀਂਹ ਦੀ ਜ਼ਰੂਰਤ ਹੈ, ਕਿਉਂਕਿ 92 ਰੁਪਏ ਲੀਟਰ ਪੰਜਾਬ ਦੇ ਵਿੱਚ ਡੀਜ਼ਲ ਹੋ ਗਿਆ ਤੇ ਪੈਟਰੋਲ ਦੀ ਕੀਮਤ 100 ਤੋਂ ਪਾਰ ਹੋ ਗਈ ਆ। ਉਹ ਅਸੀਂ ਪਹਿਲਾਂ ਦੱਸਿਆ। ਤੇ ਕਿਸਾਨ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਕਿੰਨਾ ਕੁ ਚਿਰ ਆਪਣਾ ਝੋਨਾ ਪਾਲਣਗੇ, ਆਪਾਂ ਅੰਦਾਜ਼ਾ ਲਾ ਸਕਦੇ ਹਾਂ। ਸੋ ਮੀਂਹ ਦੇ ਉੱਤੇ ਬਹੁਤ ਵੱਡੀ ਟੇਕ ਹੈ। ਜੇ ਮੀਂਹ ਪੈ ਜਾਂਦਾ ਹੈ ਤਾਂ ਕਿਸਾਨੀ ਨੂੰ ਥੋੜ੍ਹੀ ਬਹੁਤੀ ਰਾਹਤ ਮਿਲੂਗੀ, ਨਹੀਂ ਤਾਂ ਸਰਕਾਰਾਂ ਨੇ ਤਾਂ ਚੀਕ ਕਢਾਈ ਹੋਈ ਆ। ਹੁਣ ਮੌਸਮ ਨੇ ਵੀ ਕਢਾ ਛੱਡੀ ਹੈ। ਹੁਣ ਜਿਹੜੀ ਪਹਿਲੀ ਵੱਡੀ ਖਬਰ ਹੈ ਉਹਦੇ ਵੱਲ ਜਦੋਂ ਜਾਂਦੇ ਹਾਂ ਤਾਂ ਕਿਸਾਨੀ ਅੰਦੋਲਨ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਗੱਲਾਂ ਚੇਤੇ ਦੇ ਵਿੱਚ ਫਿਲਮੀ ਦ੍ਰਿਸ਼ ਵਾਂਗੂ ਤੁਰ ਪੈਂਦੀਆਂ। ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਕਿਸਾਨ ਕਿਵੇਂ ਡਟੇ ਹੋਏ ਆ, ਕਿਵੇਂ ਕੇਂਦਰ ਦੀ ਸਰਕਾਰ ਨਾਲ ਮੱਥਾ ਲਾਈ ਬੈਠੇ ਆ, ਕਿਵੇਂ ਉਹਨਾਂ ਦੇ ਉੱਤੇ ਸਮੇਂ-ਸਮੇਂ ਦੇ ਉੱਤੇ ਹਮਲੇ ਹੋਏ ਆ, ਕਿਵੇਂ ਇਹਨਾਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਕਿਵੇਂ ਹਰ ਰੋਜ਼ ਬੀਜੇਪੀ ਤੇ ਉਹਨਾਂ ਦੇ ਕਈ ਸਮਰਥਕ ਆ ਕੇ ਨਵੀਂ ਸ਼ਰਾਰਤ ਕਰਦੇ ਆ, ਕਿਵੇਂ ਵੱਖ-ਵੱਖ ਲੋਕਾਂ ਨੇ ਮੋਢੇ ਦੇ ਉੱਤੇ ਬੰਦੂਕ ਰੱਖ ਕੇ ਤੇ ਕਿਸਾਨਾਂ ਵੱਲ ਨਿਸ਼ਾਨਾ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਕਿਵੇਂ ਕੇਂਦਰ ਦੇ ਮੰਤਰੀ ਕਿਸਾਨਾਂ ਨੂੰ ਹੀ ਝੂਠੇ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਇਹੀ ਗੱਲਬਾਤ ਵਾਸਤੇ ਅੱਗੇ ਨਹੀਂ ਆਉਂਦੇ, ਤੇ ਕਿਵੇਂ ਵਾਰ-ਵਾਰ ਇਹ ਗੱਲ ਕਹੀ ਜਾ ਰਹੀ ਹੈ ਕਿ ਕਾਨੂੰਨ ਤਾਂ ਨਹੀਂ ਰੱਦ ਹੋਣੇ, ਜੇਕਰ ਕੁਝ ਹੋਰ ਕਰਵਾਉਣਾ ਤਾਂ ਗੱਲ ਦੱਸ ਦਿਓ। ਹੁਣ ਲੰਘੇ ਕੱਲ੍ਹ ਜਿਵੇਂ ਗਾਜ਼ੀਪੁਰ ਦੇ ਬਾਰਡਰ ਦੇ ਉੱਤੇ ਬੀਜੇਪੀ ਦੇ ਕੁਝ ਨੇਤਾਵਾਂ ਦੇ ਵੱਲੋਂ ਬਦਮਾਸ਼ੀ ਕੀਤੀ ਗਈ ਹੈ। ਇਹਦੇ ਉੱਤੇ ਰਹਿ ਕੇ ਦੁੱਖ ਇਸ ਕਰਕੇ ਹੁੰਦਾ ਕਿਉਂਕਿ ਇਹੀ ਲੋਕ ਕਹਿੰਦੇ ਆ ਵੀ ਬਾਤਚੀਤ ਕੇ ਲਈ ਕਿਸਾਨ ਆਗੇ ਨਹੀਂ ਆ ਰਹੇ, ਤੇ ਜਿੱਥੇ ਕਿਸਾਨ ਬੈਠੇ ਤੇ ਫਿਰ ਤੁਸੀਂ ਉੱਥੇ ਕਿਹੜੀ ਗੱਲੋਂ ਜਾਂਦੇ ਹੋ, ਸਵਾਲ ਇਹ ਪੈਦਾ ਹੁੰਦਾ। ਹੁਣ ਉੱਥੇ ਅਮਿਤ ਪ੍ਰਧਾਨ ਨਾਂ ਦਾ ਇੱਕ ਬੀਜੇਪੀ ਦਾ ਨੇਤਾ ਕਹਿੰਦੇ ਜੀ ਉੱਥੇ ਬੀਜੇਪੀ ਦੇ ਵਰਕਰ ਵੱਡੀ ਗਿਣਤੀ 'ਚ ਇਕੱਠੇ ਹੋਏ ਗਾਜ਼ੀਪੁਰ ਦੇ ਬਾਰਡਰ ਤੇ ਵੀ ਅਸੀਂ ਇੱਥੇ ਇਹਦਾ ਸਵਾਗਤ ਕਰਨਾ। ਜਦੋਂ ਬੀਜੇਪੀ ਦੇ ਨੇਤਾਵਾਂ ਨੂੰ, ਉਹਨਾਂ ਦੇ ਸਮਰਥਕਾਂ ਨੂੰ ਇਸ ਗੱਲ ਦਾ ਪਤਾ ਵੀ ਕਿਸਾਨਾਂ ਨੇ ਇੱਥੇ ਅੰਦੋਲਨ ਸ਼ੁਰੂ ਕੀਤਾ ਹੋਇਆ, ਤੁਸੀਂ ਉਸ ਥਾਂ ਦੇ ਉੱਤੇ ਕਿਹੜੀ ਗੱਲੋਂ ਜਾਂਦੇ ਆ। ਗੱਲ ਇਹ ਆ ਵੀ ਜੇਕਰ ਤੁਸੀਂ ਉਹਨਾਂ ਦਾ ਸਵਾਗਤ ਕਰਨਾ ਆਪਦੇ ਪ੍ਰਧਾਨ ਦਾ, ਗਲ ਦੇ ਵਿੱਚ ਹਾਰ ਪਾਉਣੇ ਆ, ਢੋਲ ਢਮੱਕੇ ਵਜਾਉਣੇ ਆ, ਤਾਂ 2 ਕਿਲੋਮੀਟਰ ਉਰੇ ਪਰੇ ਹੋ ਕੇ ਕਰ ਲਓ, ਤੁਹਾਨੂੰ ਕਿਸੇ ਨੇ ਰੋਕਿਆ ਨਹੀਂ। ਪਰ ਗੱਲ ਇਹ ਆ ਵੀ ਜਾਣ-ਬੁੱਝ ਕੇ ਸ਼ਰਾਰਤ ਕਰਨੀ ਆ, ਬਾਅਦ ਦੇ ਵਿੱਚ ਕਿਸਾਨ ਬਦਨਾਮ ਕਰਨੇ ਆ। ਜ਼ਰਾ ਸੋਚ ਕੇ ਦੇਖੋ ਵੀ ਇੱਕ ਬਾਰਡਰ ਦੇ ਉੱਤੇ 7 ਮਹੀਨੇ ਤੋਂ ਕਿਸਾਨ ਬੈਠੇ ਆ, ਬੀਜੇਪੀ ਦੇ ਵੱਲੋਂ ਅਤਿਆਚਾਰ ਕੀਤਾ ਜਾ ਰਿਹਾ, ਬੀਜੇਪੀ ਟਿੱਚ ਜਾਣਦੀ ਆ ਕਿਸਾਨਾਂ ਦੇ ਇਸ ਸੰਘਰਸ਼ ਨੂੰ। ਉੱਥੇ ਜਾ ਕੇ ਹੀ ਬੀਜੇਪੀ ਦੇ ਸਮਰਥਕ ਤੇ ਤਾਂ ਇਹ ਗੱਲ ਕਹਿਣ ਵੀ ਅਸੀਂ ਤਾਂ ਆਪਦਾ ਜਸ਼ਨ ਮਨਾਉਣਾ, ਤੇ ਫਿਰ ਉੱਥੇ ਪੰਗਾ ਕਿਉਂ ਨਾ ਪਊਗਾ। ਉੱਥੇ ਲੰਘੇ ਕੱਲ੍ਹ ਇੱਟਾਂ ਵੱਟੇ ਚੱਲੇ ਆ। ਬਾਅਦ ਦੇ ਵਿੱਚ ਬੀਜੇਪੀ ਦੇ ਜਿਹੜੇ ਵਰਕਰ ਆ ਉਹ ਕਹਿੰਦੇ ਜੀ ਕਿ ਸਾਡੇ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ। ਗਾਜ਼ੀਪੁਰ ਦੇ ਐਸਐਸਪੀ ਦਫ਼ਤਰ ਦੇ ਮੂਹਰੇ ਖੂਬ ਖਰੂਦ ਮਚਾਇਆ ਬੀਜੇਪੀ ਦੇ ਆਗੂਆਂ ਨੇ। ਗਲਤੀ ਆਪਣੀ ਵੀ ਆਪ ਗਏ ਉੱਥੇ, ਤੇ ਬਾਅਦ ਦੇ ਵਿੱਚ ਦੋਸ਼ ਫਿਰ ਕਿਸਾਨਾਂ ਦੇ ਸਿਰ ਮੜਤਾ। ਉਸੇ ਤਰੀਕੇ ਦੇ ਨਾਲ ਲੰਘੇ ਕੱਲ੍ਹ ਪੰਜਾਬ ਦੇ ਵਿੱਚੋਂ ਵੀ ਕਈ ਖਬਰਾਂ ਪ੍ਰਾਪਤ ਹੋਈਆਂ। ਸ਼ਵੇਤ ਮਲਿਕ ਬਠਿੰਡੇ ਦੇ ਵੱਲ ਗਏ, ਏਮਸ ਦੇ ਵੱਲ। ਆਪਾਂ ਜਾਣਦੇ ਕਿ ਰਾਜ ਸਭਾ ਦੇ ਮੈਂਬਰ ਆ ਉਹ ਪੰਜਾਬ ਦੇ ਵੱਲੋਂ ਬੀਜੇਪੀ ਦੇ। ਉੱਥੇ ਕਿਸਾਨਾਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਵਿਰੋਧ ਕੀਤਾ, ਤੇ ਵਿਰੋਧ ਵੀ ਇਸ ਕਦਰ ਕੀਤਾ ਵੀ ਪੁਲਿਸ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚਣਾ ਪਿਆ। ਜਦੋਂ ਤੁਹਾਨੂੰ ਪਤਾ ਇਸ ਗੱਲ ਦਾ ਵੀ ਤੁਹਾਡੇ ਤੇ ਕਿਸਾਨ ਕਲਪੇ ਪਏ ਆ, ਕਲਪੇ ਹੋਣ ਦਾ ਕਾਰਨ ਇਹ ਆ ਕਿਉਂਕਿ ਤੁਸੀਂ ਬਾਤ ਨਹੀਂ ਪੁੱਛਦੇ, ਤੇ ਫਿਰ ਵੀ ਤੁਸੀਂ ਲੋਕਾਂ ਦੇ ਵਿੱਚ ਵਿਚਰਨਾ ਚਾਹੁੰਦੇ ਆ। ਇੱਦਾਂ ਸੰਭਵ ਕਿਵੇਂ ਹੋਊਗਾ, ਸਵਾਲਾਂ ਦਾ ਸਵਾਲ ਇਹ ਆ। ਉੱਤੋਂ ਮਨੋਹਰ ਲਾਲ ਖੱਟੜ ਉਹ ਬਲਦੀ ਦੇ ਉੱਤੇ ਘਿਓ ਪਾਉਣ ਦੀ ਕਸਰ ਕੋਈ ਨਹੀਂ ਛੱਡਦੇ। ਉਹ ਇਉਂ ਲੱਗਦਾ ਵੀ ਬਲਦੀ ਦੇ ਉੱਤੇ ਪੈਟਰੋਲ ਵੀ ਪਾਉਣ ਲੱਗ ਪਏ ਹੁਣ ਤਾਂ। ਉਹ ਕੱਲ੍ਹ ਕਹਿੰਦੇ ਜੀ ਕਿ ਇਹ ਕਿਸਾਨ ਅੰਦੋਲਨ ਬਦਨਾਮ ਹੋ ਚੁੱਕਿਆ, ਇਹਦੇ ਵਿੱਚ ਹੁਣ ਪਵਿੱਤਰਤਾ ਨਾਂ ਦੀ ਕੋਈ ਚੀਜ਼ ਨਹੀਂ। ਕਿਸਾਨ ਸ਼ਬਦ ਪਹਿਲਾਂ ਪਵਿੱਤਰ ਹੁੰਦਾ ਸੀ, ਇਹਨਾਂ ਅੰਦੋਲਨਕਾਰੀਆਂ ਨੇ ਹੁਣ ਬਦਨਾਮ ਕਰਕੇ ਰੱਖ ਦਿੱਤਾ। ਇੱਥੇ ਔਰਤਾਂ ਦੀਆਂ ਇੱਜ਼ਤਾਂ ਲੁੱਟੀਆਂ ਜਾ ਰਹੀਆਂ, ਇੱਥੇ ਕਤਲ ਹੋ ਰਹੇ ਆ, ਇੱਥੇ ਗਲਤ ਕੰਮ ਚੱਲ ਰਹੇ ਆ। ਇਹ ਹੁਣ ਜੇਕਰ ਅਸੀਂ ਆਪਣੀ ਆਈ ਤੇ ਆ ਗਏ ਤਾਂ ਹੁਣ ਅਸੀਂ ਜਵਾਬ ਤਿੱਖੇ ਰੂਪ ਦੇ ਵਿੱਚ ਦੇਵਾਂਗੇ। ਇਹ ਕਹਿੰਦੇ ਅਸੀਂ ਐਂ ਕਰ ਦੇਣਾ, ਕਿਸਾਨ ਕਹਿੰਦੇ ਅਸੀਂ ਐਂ ਕਰ ਦੇਣਾ, ਇੱਦਾਂ ਥੋੜ੍ਹੀ ਇਸੇ ਚੱਲਣ ਦੇਵਾਂਗੇ। ਬਹੁਤ ਦੁੱਖ ਹੈ ਇਸ ਗੱਲ ਦਾ। ਜਿਹੜੀ ਔਰਤ ਦੀ ਇੱਜ਼ਤ ਲੁੱਟੇ ਜਾਣ ਦੀ ਗੱਲ ਕੀਤੀ ਆ ਉਹਨਾਂ ਨੇ, ਖੱਟੜ ਸਾਹਿਬ ਨੇ,
ਉਹ ਗੱਲ ਬਿਲਕੁਲ ਦਰੁਸਤ ਆ। ਜਿਹੜੇ ਲੋਕਾਂ ਨੇ ਇਹ ਕੁਛ ਕੀਤਾ, ਇਹ ਕਰਤੂਤ ਕੀਤੀ ਆ, ਉਹ ਇਸ ਵਕਤ ਪੁਲਿਸ ਦੇ ਦਸਤ ਪੰਜੇ ਦੇ ਵਿੱਚ ਹੈ। ਉਹਨਾਂ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ। ਇਸ ਗੱਲ ਨੂੰ ਕਦੇ ਮਾਫ ਨਹੀਂ ਕਰਨਾ ਚਾਹੀਦਾ, ਭਾਵੇਂ ਉਹ ਕੋਈ ਕਿਸਾਨ ਹੋਵੇ ਤੇ ਭਾਵੇਂ ਕੋਈ ਕਿਸਾਨੀ ਦੇ ਭੇਸ ਦੇ ਵਿੱਚ ਹੋਵੇ ਤੇ ਭਾਵੇਂ ਬੀਜੇਪੀ ਦਾ ਆਪਣਾ ਨੇਤਾ ਕਿਉਂ ਨਾ ਹੋਵੇ, ਉਹਨੂੰ ਬਖਸ਼ਣਾ ਨਹੀਂ ਚਾਹੀਦਾ ਇਸ ਮਾਮਲੇ ਦੇ ਉੱਤੇ। ਪਰ ਇਹ ਵੀ ਗੱਲ ਕਹਿਣੀ ਬਣਦੀ ਆ ਵੀ 7 ਮਹੀਨੇ ਦੇ ਵਿੱਚ ਕੌਣ ਗਲਤ ਆ, ਇਹਦੇ ਬਾਬਤ ਤਾਂ ਚਲੋ ਆਪਾਂ ਨੂੰ ਹੁਣ ਪਤਾ ਲੱਗ ਗਿਆ। ਪਰ ਕੀ ਤੁਹਾਨੂੰ ਇਸ ਗੱਲ ਦਾ ਪਤਾ ਸੀ ਕਿ ਤੁਹਾਡੀ ਆਪਣੀ ਪਾਰਟੀ ਦਾ ਕੁਲਦੀਪ ਸਿੰਘ ਆ, ਜਿਹਨੇ ਔਰਤ ਦੀ ਇੱਜ਼ਤ ਦੇ ਨਾਲ ਬਹੁਤ ਕੁਛ ਕੀਤਾ ਤੇ ਬਾਅਦ ਦੇ ਵਿੱਚ ਉਹਨੂੰ ਜੇਲ੍ਹ ਦੇ ਵਿੱਚ ਜਾਣਾ ਪਿਆ ਤੇ ਜੇਲ੍ਹ ਦੀਆਂ ਸੀਖਾਂ ਦੇ ਵਿੱਚ ਬਹਿ ਕੇ ਤੇ ਉਹ ਫਿਰ ਵੀ ਇਹ ਗੱਲ ਕਹਿੰਦਾ ਸੀ ਕਿ ਮੈਂ ਸਾਰਾ ਕੁਝ ਕਰਕੇ ਦਿਖਾ ਦੂੰਗਾ। ਮਤਲਬ ਇਹ ਆ ਵੀ ਬੇਟੀ ਬਚਾਓ ਤੇ ਬੇਟੀ ਪੜ੍ਹਾਓ ਅਭਿਆਨ ਦੇ ਮਾਲਕ ਵੀ ਇਸ ਵਕਤ ਬਹੁਤ ਵੱਡੇ ਪੱਧਰ ਦੇ ਉੱਤੇ ਵੱਖ-ਵੱਖ ਦੋਸ਼ਾਂ ਦੇ ਵਿੱਚ ਲਿਬੜੇ ਹੋਏ ਆ। ਕੁਲਦੀਪ ਸਿੰਘ ਦੀ ਵਿਧਾਇਕੀ ਇਸ ਕਰਕੇ ਚਲੀ ਗਈ ਕਿਉਂਕਿ ਉਹਦੇ ਵੱਲੋਂ ਇੱਕ ਔਰਤ ਦੇ ਉੱਤੇ ਕਥਿਤ ਤੌਰ ਦੇ ਉੱਤੇ ਜ਼ਿਆਦਤੀ ਕੀਤੀ ਗਈ ਸੀ। ਬਾਅਦ ਦੇ ਵਿੱਚ ਜੋ ਮਰਜ਼ੀ ਕਹੀ ਜਾਓ, ਪਰ ਬਹੁਤ ਸਾਰੇ ਬੀਜੇਪੀ ਨੇਤਾ ਵੀ ਸਮੇਂ-ਸਮੇਂ ਦੇ ਉੱਤੇ ਇਹੋ ਜਿਹੀਆਂ ਕਰਤੂਤਾਂ ਦੇ ਵਿੱਚ ਲਿਬੜੇ ਹੋਏ ਆ। ਪਰ ਕਿਉਂਕਿ ਆਪਾਂ ਕਿਸਾਨ ਬਦਨਾਮ ਕਰਨੇ ਆ, ਇਸ ਕਰਕੇ ਜੋ ਮੂੰਹ ਦੇ ਵਿੱਚ ਆਉਂਦਾ ਅਸੀਂ ਕਹਾਂਗੇ। ਖਾਪ ਪੰਚਾਇਤਾਂ ਹਰਿਆਣੇ ਦੀਆਂ, ਉਹਨਾਂ ਨੇ ਇਹ ਗੱਲ ਕਹੀ ਆ ਵੀ ਹੁਣ ਆਰ ਜਾਂ ਪਾਰ ਦੀ ਜੰਗ ਕਰਕੇ ਦਿਖਾਵਾਂਗੇ, ਜੇ ਨਹੀਂ ਮੰਨਦੇ ਤਾਂ ਮਨਾ ਕੇ ਦਿਖਾਵਾਂਗੇ। 2 ਖਬਰਾਂ ਨੇ, ਪਹਿਲਾਂ ਉਹਨਾਂ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਹਰਿਆਣਾ ਦੀਆਂ ਸਰਬਜਾਤੀ ਖਾਪ ਪੰਚਾਇਤਾਂ ਜਾਤ ਤੇ ਧਰਮ ਤੋਂ ਉੱਤੇ ਉੱਠ ਕੇ ਚਰਖੀ ਦਾਦਰੀ ਸਥਿਤ ਕਿਤਲਾਣਾ ਟੋਲ ਪਲਾਜ਼ਾ ਦੇ ਉੱਤੇ ਇਕੱਠੀਆਂ ਹੋਈਆਂ। ਇਸ ਮੌਕੇ ਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ 10 ਮਤੇ ਪਾਸ ਕੀਤੇ ਗਏ। ਜੁਲਾਈ ਮਹੀਨੇ ਦੇ ਵਿੱਚ, ਯਾਨੀ ਕਿ ਅੱਜ ਤੋਂ ਚਾਲੂ ਮਹੀਨੇ ਦੇ ਵਿੱਚ ਖਾਪ ਪੰਚਾਇਤਾਂ ਨੇ ਦਿੱਲੀ ਕੂਚ ਕਰਨਾ ਸ਼ੁਰੂ ਕਰ ਦੇਣਾ। ਖਾਪ ਮਹਾਪੰਚਾਇਤ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਯੋਗੇਂਦਰ ਯਾਦਵ, ਸਾਂਗਵਾਨ ਖਾਪ ਦੇ ਪ੍ਰਧਾਨ ਸੋਮਵੀਰ ਸਾਂਗਵਾਨ, ਫੋਗਾਟ ਖਾਪ ਦੇ ਪ੍ਰਧਾਨ ਬਲਵੰਤ ਫੋਗਾਟ, ਅਲਾਵਤ ਖਾਪ ਦੇ ਪ੍ਰਧਾਨ ਜੈ ਸਿੰਘ, ਕੁੰਡੂ ਖਾਪ ਦੇ ਪ੍ਰਧਾਨ ਧਰਮਪਾਲ ਕੁੰਡੂ, ਜਾਖਲ ਖਾਪ ਦੇ ਪ੍ਰਧਾਨ ਕਸ਼ਮੀਰ ਸਿੰਘ, ਸਤਰੌਲ ਖਾਪ ਦੇ ਪ੍ਰਧਾਨ ਰਾਮ ਨਿਵਾਸ, ਨੈਣਖਾਰ ਦੇ ਪ੍ਰਧਾਨ ਸੂਬਾ ਸਿੰਘ, 360 ਪਾਲਮ ਖਾਪ ਦਿੱਲੀ ਦੇ ਪ੍ਰਧਾਨ ਸੁਰਿੰਦਰ ਸੋਲੰਕੀ ਇਸ ਮੌਕੇ ਦੇ ਉੱਤੇ ਹਾਜ਼ਰ ਸਨ। ਵਿਧਾਨ ਸਭਾ ਹਲਕਾ ਚਰਖੀ ਦਾਦਰੀ ਤੋਂ ਆਜ਼ਾਦ ਵਿਧਾਇਕ ਤੇ ਸਾਂਗਵਾਨ ਖਾਪ ਦੇ ਪ੍ਰਧਾਨ ਸੋਮਵੀਰ ਸਾਂਗਵਾਨ ਨੇ ਕਿਹਾ ਕਿ ਹਰਿਆਣਾ ਦੀਆਂ ਖਾਪ ਪੰਚਾਇਤਾਂ ਇੱਕ ਹੋ ਕੇ ਅੰਦੋਲਨ ਨੂੰ ਮਜ਼ਬੂਤ ਕਰਨ ਦੇ ਲਈ ਡਟ ਗਈਆਂ ਨੇ। ਇਹ ਅੰਦੋਲਨ ਦੀ ਮਜ਼ਬੂਤੀ ਦੇ ਨਾਲ-ਨਾਲ ਸ਼ਰਾਰਤੀ ਅਨਸਰਾਂ ਦੇ ਉੱਤੇ ਵੀ ਨਿਗਾਹ ਰੱਖਣਗੀਆਂ। ਉਹਨਾਂ ਨੇ ਕਿਹਾ ਕਿ ਖਾਪ ਮਹਾਪੰਚਾਇਤਾਂ ਵਿੱਚ 10 ਮਤੇ ਪਾਸ ਕੀਤੇ ਗਏ ਨੇ, ਜਿਹਦੇ ਵਿੱਚ ਤਿੰਨੋਂ ਖੇਤੀ ਕਾਨੂੰਨ ਤੇ ਹਰਿਆਣਾ ਸਰਕਾਰ ਦੀ ਜਾਇਦਾਦ ਭੰਨ-ਤੋੜ ਵਸੂਲੀ ਬਿੱਲ ਰੱਦ ਕਰਕੇ ਫਸਲਾਂ ਦੀ MSP ਤੇ ਖਰੀਦ ਦੀ ਗਰੰਟੀ ਦਾ ਕਾਨੂੰਨ ਲਿਆਉਣ ਦੀ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਮੰਗ ਕੀਤੀ ਗਈ ਹੈ ਕਿ ਬਿਜਲੀ ਆਰਡੀਨੈਂਸ ਵੀ ਵਾਪਸ ਲਿਆ ਜਾਵੇ ਤੇ ਦੇਸ਼ ਦੇ ਵਿੱਚ ਵੱਧ ਰਹੇ ਨਿੱਜੀਕਰਨ ਨੂੰ ਰੋਕਿਆ ਜਾਵੇ। ਇਸੇ ਦਰਮਿਆਨ ਮਨੋਹਰ ਲਾਲ ਖੱਟੜ ਨੇ ਕਿਸਾਨ ਅੰਦੋਲਨ ਬਾਰੇ ਵੱਡਾ ਬਿਆਨ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਸ਼ਬਦ ਬਹੁਤ ਪਵਿੱਤਰ ਹੈ, ਪਰ ਅੰਦੋਲਨ ਦੇ ਨਾਲ ਕੁਝ ਦੁਖਦਾਈ ਘਟਨਾਵਾਂ ਵਾਪਰੀਆਂ ਨੇ, ਜਿਹਦੇ ਕਰਕੇ ਕਿਸਾਨ ਸ਼ਬਦ ਬਦਨਾਮ ਹੋ ਰਿਹਾ। ਇਸ ਅੰਦੋਲਨ ਦੇ ਵਿੱਚ ਧੀਆਂ ਭੈਣਾਂ ਦੀ ਇੱਜ਼ਤ ਲੁੱਟੀ ਜਾ ਰਹੀ ਹੈ, ਅਪਰਾਧ ਹੋ ਰਹੇ ਨੇ, ਪਰ ਅਸੀਂ ਨਿਰੰਤਰ ਸੰਜਮ ਵਰਤ ਰਹੇ ਹਾਂ। ਸਾਡੇ ਬਾਰੇ ਕੁਝ ਵੀ ਕਿਹਾ ਜਾਂਦਾ ਪਰ ਅਸੀਂ ਸਹਿ ਰਹੇ ਹਾਂ। ਸਬਰ ਦੀ ਇੱਕ ਸੀਮਾ ਹੈ, ਇਸ ਸੀਮਾ ਨੂੰ ਪਾਰ ਕਰਨਾ ਕਿਸੇ ਦੇ ਹਿੱਤ ਦੇ ਵਿੱਚ ਨਹੀਂ ਹੈ। CM ਮਨੋਹਰ ਲਾਲ ਖੱਟੜ ਨੇ ਕਿਹਾ ਕਿ ਜਿਸ ਦਿਨ ਟਕਰਾਅ ਹੋਵੇਗਾ ਸਬਰ ਟੁੱਟ ਜਾਵੇਗਾ। ਇਹ ਲੋਕ ਕਿਸਾਨ ਸ਼ਬਦ ਦੀ ਪਵਿੱਤਰਤਾ ਨੂੰ ਖਤਮ ਕਰ ਰਹੇ ਨੇ। ਜੋ ਅੰਦੋਲਨ ਕਰ ਰਹੇ ਨੇ ਉਹ ਕਿਸਾਨ ਨਹੀਂ। ਉਹਨਾਂ ਕਿਹਾ ਕਿ ਕਿਸਾਨ ਕਮਜ਼ੋਰੀਆਂ ਦੱਸੇ ਬਗੈਰ ਖੇਤੀਬਾੜੀ ਕਾਨੂੰਨਾਂ ਦੇ ਉੱਤੇ ਅੰਦੋਲਨ ਕਰ ਰਹੇ ਨੇ। ਸਰਕਾਰ ਗੱਲਬਾਤ ਲਈ ਤਿਆਰ ਹੈ, ਪਰ ਕਿਸਾਨਾਂ ਨੂੰ ਆਪਣੇ ਇਤਰਾਜ਼ ਦੱਸਣੇ ਚਾਹੀਦੇ ਨੇ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਵੀ ਇਹੀ ਗੱਲ ਕਹੀ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਜਿਹੜਾ ਵੀ ਕੇਂਦਰੀ ਮੰਤਰੀ ਬੋਲਦਾ, ਜਿਹੜਾ ਵੀ ਭਾਜਪਾ ਦਾ ਸੀਨੀਅਰ ਜੂਨੀਅਰ ਨੇਤਾ ਬੋਲਦਾ, ਉਹ ਇੱਕੋ ਗੱਲ ਕਹਿਣਾ ਵੀ ਕਿਸਾਨਾਂ ਨੂੰ ਕੁਝ ਨਹੀਂ ਪਤਾ ਇਹਨਾਂ ਕਾਨੂੰਨਾਂ ਬਾਰੇ। ਕਿਸਾਨ ਹਲੇ ਹਨੇਰੇ ਦੇ ਵਿੱਚ ਫਿਰਦੇ ਆ, ਕਿਸਾਨ ਸਾਨੂੰ ਕੋਈ ਇਹਦੇ ਵਿੱਚ ਤਰੁੱਟੀ ਨਹੀਂ ਦੱਸ ਰਹੇ। ਤੇ ਬੇਨਤੀ ਉਹਨਾਂ ਨੂੰ ਹੱਥ ਜੋੜ ਕੇ ਇਹ ਆ ਵੀ ਤੁਸੀਂ 12ਵੇਂ ਦੌਰ ਦੀ ਮੀਟਿੰਗ ਦੇ ਵਾਸਤੇ ਸੱਦਾ ਦਿਓ। ਕਿਸਾਨ ਉੱਥੇ ਆਉਣਗੇ ਤੇ ਕਿਸਾਨ ਆਪਣੇ ਇਤਰਾਜ਼ ਜ਼ਾਹਰ ਕਰਨਗੇ ਤੇ TV ਚੈਨਲਾਂ ਦੇ ਉੱਤੇ ਇਹਦਾ ਲਾਈਵ ਪ੍ਰਸਾਰਣ ਹੋਣਾ ਚਾਹੀਦਾ। ਲੋਕਾਂ ਨੂੰ ਵੀ ਤਾਂ ਪਤਾ ਲੱਗੇ ਵੀ ਤੁਹਾਨੂੰ ਨਹੀਂ ਸਮਝ ਪੈਂਦੀ ਜਿਹੜੀਆਂ ਤਰੁੱਟੀਆਂ ਦੱਸੀਆਂ ਜਾ ਰਹੀਆਂ, ਜਾਂ ਫਿਰ ਤੁਹਾਡੀ ਸਮਝਾਉਣੀ ਆ ਜਿਹੜੀ ਉਹ ਕਿਸਾਨਾਂ ਦੇ ਪਿੜ ਪੱਲੇ ਨਹੀਂ ਪੈਂਦੀ। ਕਿਸਾਨ ਇਹ ਗੱਲ ਕਹਿੰਦੇ ਵੀ ਅਸੀਂ ਬਹੁਤ ਵਾਰ ਹੁਣ ਤੱਕ ਕੱਲੇ ਕਲੌਜ਼ ਦੇ ਵਿੱਚ ਗੱਲਬਾਤ ਕੀਤੀ ਹੈ, ਇਹ ਦੱਸਿਆ ਜੀ ਕਿ ਇਹਦਾ ਆਹ ਨੁਕਸਾਨ ਹੋਊ, ਇਹਦੇ ਵਿੱਚ ਆਹ ਕਮੀ ਆ, ਇਹਦੇ ਵਿੱਚ ਆਹ ਕਮੀ ਆ। ਕਿਸਾਨ ਇਹ ਗੱਲ ਕਹਿੰਦੇ ਆ ਵੀ ਅੰਦਰ ਮੀਟਿੰਗ ਦੇ ਵਿੱਚ 11 ਮੀਟਿੰਗਾਂ ਦੇ ਵਿੱਚ ਇਹ ਸਾਰੀਆਂ ਗੱਲਾਂ ਸਿਰ ਸੁੱਟ ਕੇ ਸੁਣਦੇ ਰਹੇ, ਪਰ ਬਾਅਦ ਦੇ ਵਿੱਚ ਕਹਿ ਦਿੰਦੇ ਆ ਕਿ ਕਿਸਾਨ ਸਾਨੂੰ ਸਹੀ ਕੁਝ ਦੱਸਦੇ ਹੀ ਨਹੀਂ, ਇਹ ਤਾਂ ਕਾਨੂੰਨ ਬਹੁਤ ਵਧੀਆ। ਸੋ ਬੇਨਤੀ ਇਹ ਆ BJP ਦੇ ਨੇਤਾਵਾਂ ਨੂੰ, ਤੁਸੀਂ ਮੀਟਿੰਗ ਰੱਖੋ, ਸੋਸ਼ਲ ਮੀਡੀਆ ਦੇ ਉੱਤੇ ਵੀ ਲਾਈਵ ਹੋਣਾ ਚਾਹੀਦਾ, ਤੁਹਾਡੇ ਚਹੇਤੇ TV ਚੈਨਲਾਂ ਦੇ ਉੱਤੇ ਵੀ ਲਾਈਵ ਚੱਲਣਾ ਚਾਹੀਦਾ, ਤੇ ਨਿਰਪੱਖ TV ਚੈਨਲਾਂ ਦੇ ਉੱਤੇ ਵੀ ਗੱਲਬਾਤ ਲਾਈਵ ਪ੍ਰਸਾਰਿਤ ਹੋਣੀ ਚਾਹੀਦੀ ਹੈ। ਲੋਕਾਂ ਨੂੰ ਪਤਾ ਲੱਗੇ ਵੀ ਜਿਹੜੇ ਇਹ 31 ਕਿਸਾਨ ਆਗੂ, 32 ਕਿਸਾਨ ਆਗੂ, ਜਿੰਨੇ ਵੀ ਕਿਸਾਨ ਆਗੂ ਜਾਂਦੇ ਆ ਉਹ ਝੂਠੇ ਆ ਜਾਂ ਫਿਰ ਤੁਸੀਂ ਝੂਠੇ ਆ, ਜਾਂ ਤਾਂ ਫਿਰ ਲੋਕ ਇਹ ਗੱਲ ਸਮਝ ਲੈਣਗੇ ਵੀ ਜੋ ਤੁਸੀਂ ਕਾਨੂੰਨ ਬਣਾਏ ਆ ਬਿਲਕੁਲ ਗਲਤ ਆ, ਕਿਸਾਨਾਂ ਨੇ ਜੋ ਇਤਰਾਜ਼ ਚੁੱਕੇ ਆ ਉਹ
ਬਿਲਕੁਲ ਸਹੀ ਹੈ। ਤੇ ਜਾਂ ਫਿਰ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗੂ ਵੀ ਕਿਸਾਨਾਂ ਨੂੰ ਕੁਝ ਨਹੀਂ ਪਤਾ, ਕਿਸਾਨ ਤਾਂ ਹੈਗੇ ਭੋਲੇ, ਇਹਨਾਂ ਨੂੰ ਕੋਈ ਗੱਲ ਨਹੀਂ ਪਤਾ ਲੱਗਦੀ, ਇਹ ਤਾਂ ਹੈਗੇ ਕਿਸੇ ਦੇ ਬਿਠਾਏ ਹੋਏ। ਤੇ ਤੁਹਾਡੀ ਕੱਲੀ ਗੱਲ ਸਹੀ ਹੈ। ਇਸ ਕਰਕੇ 12ਵੇਂ ਦੌਰ ਦੀ ਮੀਟਿੰਗ ਤੁਰੰਤ ਜਿਹੜੀ ਉਹ ਰੱਖਣੀ ਚਾਹੀਦੀ ਹੈ ਤੇ ਲਾਈਵ ਸਿੱਧਾ ਪ੍ਰਸਾਰਣ ਇਹਦਾ ਹੋਣਾ ਚਾਹੀਦਾ। ਇਹ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਮੰਗ ਹੈ। ਸੋ ਜਿਹੜੀ ਗੱਲ ਖੱਟੜ ਸਾਹਿਬ ਕਹਿੰਦੇ ਆ ਕਿ ਜੀ ਇਹ ਤਾਂ ਅੰਦੋਲਨ ਬਦਨਾਮ ਹੋ ਗਿਆ, ਬਦਨਾਮ ਕੀਤਾ ਕਿਹਨੇ ਆ? ਤੁਸੀਂ ਕੀਤਾ, ਕਿਉਂਕਿ ਵਾਰ-ਵਾਰ ਅੱਤਵਾਦੀ ਬੀਜੇਪੀ ਦੇ ਆਗੂਆਂ ਨੇ ਕਿਹਾ, ਵਾਰ-ਵਾਰ ਇਹਨਾਂ ਨੂੰ ਤੁਸੀਂ ਇਹ ਗੱਲ ਕਹੀ ਹੈ ਜੀ ਕਿ ਵਿਕੇ ਹੋਏ ਆ। ਪਹਿਲਾਂ ਤੁਸੀਂ ਕਹਿੰਦੇ ਸੀ ਇਹ ਤਾਂ ਮੁੱਠੀ ਭਰ ਕਿਸਾਨ ਹਨ, ਪਰ ਅੱਜ ਕਿਸਾਨਾਂ ਦੀ ਵੱਡੀ ਗਿਣਤੀ ਇੰਨੀ ਹੋ ਚੁੱਕੀ ਆ ਵੱਖ-ਵੱਖ ਥਾਵਾਂ ਦੇ ਉੱਤੇ ਵੀ ਦੁਨੀਆ ਭਰ ਦੀਆਂ ਪਾਰਲੀਮੈਂਟਾਂ ਦੇ ਵਿੱਚ ਇਸ ਅੰਦੋਲਨ ਦੀ ਚਰਚਾ ਚੱਲੀ ਹੈ। ਹਾਲੇ ਵੀ ਤੁਸੀਂ ਇਹ ਗੱਲ ਕਹਿੰਦੇ ਆ ਕਿਸੇ ਦੇ ਬਿਠਾਏ ਹੋਏ ਹਨ। ਕਿਸੇ ਦੇ ਬਿਠਾਇਆ ਕੋਈ ਬੈਠ ਸਕਦਾ? ਕੋਈ 7 ਮਹੀਨੇ ਬੈਠ ਸਕਦਾ, 7 ਘੰਟੇ ਨਹੀਂ ਕੋਈ ਬੈਠਦਾ। 7 ਮਹੀਨੇ ਕਿਵੇਂ ਬੈਠ ਜੂ? ਇਸ ਕਰਕੇ ਬੀਜੇਪੀ ਨੂੰ ਆਪਣੀਆਂ ਗਲਤੀਆਂ ਦੇ ਬਾਬਤ ਅਹਿਸਾਸ ਹੋਣਾ ਚਾਹੀਦਾ। ਉਹਨਾਂ ਦੇ ਮੰਦੜੇ ਬੋਲ ਕਿਸਾਨਾਂ ਪ੍ਰਤੀ ਹੁਣ ਤੱਕ ਜੋ ਵੀ ਸਾਹਮਣੇ ਆਏ ਆ ਉਹਦੇ ਉੱਤੇ ਮਾਫੀ ਮੰਗਣੀ ਚਾਹੀਦੀ ਹੈ ਤੇ ਕਿਸਾਨਾਂ ਦਾ ਮਸਲਾ ਹੱਲ ਪਹਿਲ ਦੇ ਆਧਾਰ ਦੇ ਉੱਤੇ ਹੋਣਾ ਚਾਹੀਦਾ। ਜਿਸ ਤਰੀਕੇ ਦੇ ਨਾਲ ਪੰਜਾਬ ਕਾਂਗਰਸ ਦੇ ਵਿੱਚ ਕਸ਼ਮਕਸ਼ ਜਾਂ ਕਹਿ ਲਈਏ ਕਲੇਸ਼ ਚੱਲ ਰਿਹਾ, ਉਹਦੇ ਬਾਬਤ ਖਬਰਾਂ ਤਾਂ ਹਰ ਰੋਜ਼ ਹਰ ਕਿਸਮ ਦੀਆਂ ਆਉਂਦੀਆਂ। ਪਰ ਲੰਘੇ ਕੱਲ੍ਹ ਨਵਜੋਤ ਸਿੰਘ ਸਿੱਧੂ ਦੀ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਹੋ ਗਈ। ਪਰਸੋਂ ਇਸ ਗੱਲ ਦੇ ਉੱਤੇ ਕੈਪਟਨ ਖੇਮੇ ਦੇ ਵੱਲੋਂ ਚੁਟਕੀ ਲਈ ਗਈ ਸੀ, ਚਟਕਾਰਾ ਵੀ ਲਿਆ ਗਿਆ ਸੀ ਵੀ ਸਿੱਧੂ ਗਿਆ ਸੀ ਉੱਡ ਕੇ ਵੀ ਭਾਈ ਮੈਂ ਤਾਂ ਅੱਜ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨੀ ਆ। ਪਰ ਰਾਹੁਲ ਗਾਂਧੀ ਨੇ ਕਿਹਾ ਜੀ ਕਿਹੜੀ ਮੁਲਾਕਾਤ, ਅੱਜ ਤਾਂ ਆਪਣੀ ਮੀਟਿੰਗ ਹੀ ਕੋਈ ਨਹੀਂ, ਸਾਡੀ ਕੋਈ ਮੀਟਿੰਗ ਨਹੀਂ ਹੋਈ ਕਿਉਂਕਿ ਤੈਅ ਹੀ ਕੁਝ ਨਹੀਂ ਸੀਗਾ। ਫਿਰ ਉਸ ਤੋਂ ਬਾਅਦ ਨਵਜੋਤ ਸਿੱਧੂ ਦਿੱਲੀ ਦੇ ਵਿੱਚ ਹੀ ਰੁਕ ਗਏ ਤੇ ਉਹਨਾਂ ਦੇ ਵੱਲੋਂ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਫੋਟੋ ਵੀ ਪਾਈ ਆ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ, ਕਿਉਂਕਿ ਪ੍ਰਿਯੰਕਾ ਗਾਂਧੀ ਤੇ ਨਵਜੋਤ ਸਿੰਘ ਸਿੱਧੂ ਉਸ ਤਸਵੀਰ ਦੇ ਵਿੱਚ ਦੋਵੇਂ ਜਾਣੇ ਖੜੇ ਆ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਵੀ ਗਾਂਧੀ ਪਰਿਵਾਰ ਨਵਜੋਤ ਸਿੰਘ ਸਿੱਧੂ ਨੂੰ ਕਿਹੜੇ ਰੁਤਬੇ ਦੇ ਉੱਤੇ ਬਿਠਾਊ, ਕਿਹੜੇ ਮੌਕਾ ਦੇਊਗਾ? ਕੀ ਆਉਂਦੇ ਸਮੇਂ ਦੇ ਵਿੱਚ ਪੰਜਾਬ ਕਾਂਗਰਸ ਵਿਚਲਾ ਕਲੇਸ਼ ਖਤਮ ਹੋ ਜੂ ਜਾਂ ਇਹ ਲਗਾਤਾਰ ਅੱਗੇ ਤੋਂ ਅੱਗੇ ਵੱਧਦਾ ਜਾਊ? ਪਰ ਇੱਕ ਗੱਲ ਕਲੀਅਰ ਹੈ ਵੀ ਜੇ ਤਾਂ ਨਵਜੋਤ ਸਿੰਘ ਸਿੱਧੂ ਨੂੰ ਬਣਦਾ ਸਨਮਾਨ ਦੇਤਾ, ਜਿਹੜੇ ਸਨਮਾਨ ਦੀ ਗੱਲ ਉਹ ਕਰਦੇ ਆ, ਫਿਰ ਕੈਪਟਨ ਖੇਮਾ ਨਾਰਾਜ਼ ਹੋਊਗਾ ਸ਼ਾਇਦ। ਤੇ ਜੇਕਰ ਕੈਪਟਨ ਅਮਰਿੰਦਰ ਸਿੰਘ ਦੀ ਪੁੱਗ ਗਈ ਤਾਂ ਫਿਰ ਸਿੱਧੂ ਤੁਹਾਡਾ ਨਾਰਾਜ਼ ਹੋਊਗਾ ਸ਼ਾਇਦ। ਪਰ ਵਕਤ ਦੱਸੂਗਾ ਇਸ ਮਾਮਲੇ ਦੇ ਵਿੱਚ ਕੀ ਮੋੜ ਆਉਂਦਾ। ਪਰ ਕੱਲ ਸੁਖਬੀਰ ਸਿੰਘ ਬਾਦਲ ਨੇ ਇੱਕ ਨਵੀਂ ਗੱਲ ਕਰਤੀ। ਉਹਨਾਂ ਨੇ ਗੱਲ ਕਹੀ ਆ ਕਿ ਨਵਜੋਤ ਸਿੰਘ ਸਿੱਧੂ ਇੱਕ ਮਿਸਗਾਈਡਡ ਮਿਜ਼ਾਈਲ ਆ, ਇਹਦਾ ਕੋਈ ਪਤਾ ਨਹੀਂ ਮੂਹਰਲੇ ਪਾਸੇ ਚੱਲ ਜੇ ਜਾਂ ਇਹ ਆਪਦੇ ਵਾਲੇ ਪਾਸੇ ਡਿੱਗ ਪਏ, ਇਹਦਾ ਕੋਈ ਭਰੋਸਾ ਨਹੀਂ ਕਰਨਾ ਚਾਹੀਦਾ। ਕਾਫੀ ਦੇਰ ਪਹਿਲਾਂ ਮੈਂ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ ਇੱਕ ਟੀਵੀ ਚੈਨਲ ਦੇ ਲਈ ਮੁਲਾਕਾਤ ਕੀਤੀ ਸੀ। ਉਦੋਂ ਵੀ ਉਹਨਾਂ ਨੇ ਇਹੀ ਗੱਲ ਕਹੀ ਸੀ ਕਿ ਨਵਜੋਤ ਸਿੰਘ ਸਿੱਧੂ ਇੱਕ ਇਹੋ ਜਿਹੀ ਮਿਜ਼ਾਈਲ ਹੈ ਜਿਹਨੇ ਹਰ ਰੋਜ਼ ਹੀ ਚੱਲਣਾ ਹੁੰਦਾ, ਪਰ ਇਹ ਨਹੀਂ ਪਤਾ ਵੀ ਉਹਨੇ ਕਿਹੜੇ ਪਾਸੇ ਚਲੇ ਜਾਣਾ। ਜੇ ਉਹ ਸ਼ਰੀਕਾਂ ਦੇ ਵੱਲ ਨਾ ਚੱਲੀ ਤਾਂ ਆਪਦੇ ਘਰ ਵਾਲੀ ਚੱਲ ਜੂ। ਸੋ ਉਸੇ ਗੱਲ ਨੂੰ ਸੁਖਬੀਰ ਸਿੰਘ ਬਾਦਲ ਨੇ ਇੱਕ ਵਾਰ ਫਿਰ ਦੁਹਰਾਇਆ। ਸੋ ਉਸ ਤੋਂ ਅਗਲੀ ਗੱਲ ਇਹ ਆ ਵੀ ਨਵਜੋਤ ਸਿੰਘ ਸਿੱਧੂ ਨੇ ਵੀ ਤੱਤੇ ਭਾਰੇ ਰੌਂ ਦੇ ਵਿੱਚ ਇਹਦਾ ਉੱਤਰ ਦਿੱਤਾ। ਉਹਨਾਂ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਜਿਹੜਾ ਸੁਖ ਵਿਲਾਸ ਹੋਟਲ ਤੁਸੀਂ ਬਣਾਇਆ, ਜੇਕਰ ਇਹਨੂੰ ਮੈਂ ਆਮ ਲੋਕਾਂ ਦੇ ਲਈ ਸਕੂਲ ਦੇ ਰੂਪ ਦੇ ਵਿੱਚ ਜਾਂ ਹਸਪਤਾਲ ਦੇ ਰੂਪ ਦੇ ਵਿੱਚ ਤਬਦੀਲ ਨਾ ਕਰ ਸਕਿਆ ਤਾਂ ਮੈਨੂੰ ਵੀ ਬੰਦਾ ਨਾ ਜਾਣਿਓ। ਮੈਂ ਓਨੀ ਦੇਰ ਤੱਕ ਆਪਣੀ ਲੜਾਈ ਜਾਰੀ ਰੱਖਣੀ ਆ ਜਿੰਨੀ ਦੇਰ ਤੱਕ ਤੁਹਾਡੇ ਵੱਲੋਂ ਇਹ ਜੋ ਕੰਮ ਕੀਤੇ ਗਏ ਆ, ਲੋਕਾਂ ਦੇ ਖੂਨ ਪਸੀਨੇ ਨੂੰ ਆਪਣੀ ਕਮਾਈ, ਆਪਣੇ ਅੰਬਾਰ ਵੱਡੇ ਕਰਨ ਦੇ ਰੂਪ ਦੇ ਵਿੱਚ, ਤੇ ਓਨੀ ਦੇਰ ਤੱਕ ਮੈਂ ਵੀ ਟਿਕ ਕੇ ਬੈਠਣ ਵਾਲਿਆਂ ਦੇ ਵਿੱਚੋਂ ਨਹੀਂ। ਯਾਨੀ ਕਿ ਪੰਜਾਬ ਦੇ ਵਿੱਚ ਜੋ ਇਸ ਵਕਤ ਰਾਜਨੀਤਿਕ ਰੰਗਤ ਦੇਖਣ ਨੂੰ ਮਿਲ ਰਹੀ ਹੈ, ਜਿਹੋ ਜਿਹੇ ਬਿਆਨ ਦੇਖਣ ਨੂੰ ਮਿਲ ਰਹੇ ਆ, ਲੱਗਦਾ ਹੀ ਨਹੀਂ ਕਿ 7-8 ਮਹੀਨੇ ਪੰਜਾਬ ਦੇ ਵਿੱਚ ਵੋਟਾਂ ਦੇ ਵਿੱਚ ਹਾਲੇ ਪਏ ਆ। ਇਉਂ ਲੱਗਦਾ ਵੀ 10-12 ਦਿਨਾਂ ਦੇ ਵਿੱਚ ਵੋਟਾਂ ਪੈ ਜਾਣੀਆਂ ਤੇ ਬਸ ਅਗਲੇ ਮਹੀਨੇ ਨਤੀਜੇ ਆ ਜਾਣੇ ਆ ਤੇ ਬਸ ਇਹਨੇ ਨਹੀਂ ਤਾਂ ਇਹਨੇ, ਇਹਨੇ ਨਹੀਂ ਤਾਂ ਇਹਨੇ ਕੁਛ ਨਾ ਕੁਛ ਹਾਸਲ ਕਰ ਲੈਣਾ। ਸੋ ਹਾਲੇ ਤਾਂ ਲੰਮਾ ਸਮਾਂ ਪਿਆ ਵੋਟਾਂ ਦੇ ਵਿੱਚ। ਪੰਜਾਬ ਦੇ ਮੁੱਦਿਆਂ ਦੀ ਬਾਤ ਛਿੜਦੀ ਨਿੱਜੀ ਤੌਰ ਦੇ ਉੱਤੇ ਕਿਸੇ ਨਾ ਕਿਸੇ ਦੇ ਉੱਤੇ ਦੋਸ਼ ਲਾਉਣ ਦੇ ਉੱਤੇ ਆ ਕੇ ਮੁੱਕਦੀ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਕਾਂਗਰਸ ਦਾ ਆਪਸੀ ਕਲੇਸ਼ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਤੇ ਉੱਤੋਂ ਨਵੇਂ ਕਲੇਸ਼ ਸ਼ੁਰੂ ਹੋ ਰਹੇ ਨੇ। ਸਿੱਧੂ ਦੀ ਹਾਈ ਕਮਾਨ ਨਾਲ ਮੀਟਿੰਗ ਇੱਕ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿਹਦੇ ਉੱਤੇ ਹਰ ਕੋਈ ਚੁਟਕੀ ਲੈ ਰਿਹਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਲੰਘੇ ਕੱਲ੍ਹ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਉੱਤੇ ਨਿਸ਼ਾਨਾ ਵਿੰਨ੍ਹਦਿਆਂ ਉਹਨਾਂ ਨੂੰ ਮਿਸਗਾਈਡਡ ਮਿਜ਼ਾਈਲ ਦੱਸਿਆ ਗਿਆ। ਪਰ ਸਿੱਧੂ ਵੀ ਖੁਦ ਨੂੰ ਕਿਸੇ ਤੋਂ ਘੱਟ ਨਹੀਂ ਸਮਝਦੇ ਤੇ ਉਹਨਾਂ ਨੇ ਇਸ ਦਾ ਪਲਟ ਉੱਤਰ ਦਿੱਤੇ ਹੋਏ ਸੁਖਬੀਰ ਬਾਦਲ ਦੇ ਉੱਤੇ ਤਿੱਖਾ ਜਵਾਬ ਦਿੱਤਾ ਹੈ। ਉਹਨਾਂ ਦੇ ਵੱਲੋਂ ਵੀ ਇਸ ਦੇ ਜਵਾਬ ਦੇ ਵਿੱਚ ਟਵੀਟ ਕੀਤਾ ਗਿਆ ਤੇ ਕਿਹਾ ਕਿ ਇਹ ਮਿਜ਼ਾਈਲ ਤੁਹਾਡੇ ਵੱਲ ਸਿੱਧਤ ਕਰਕੇ ਨਿਸ਼ਾਨਾ ਲਾਉਂਦੀ ਹੋਈ ਤੁਹਾਨੂੰ ਤੇ ਤੁਹਾਡੇ ਭ੍ਰਿਸ਼ਟ ਵਪਾਰ ਨੂੰ ਤਬਾਹ ਕਰ ਦੇਵੇਗੀ। ਜਿੰਨੀ ਦੇਰ ਤੱਕ ਪੰਜਾਬ ਦੀ ਬਰਬਾਦੀ ਦੇ ਉੱਤੇ ਬਣਿਆ ਤੁਹਾਡਾ ਸੁਖ ਵਿਲਾਸ ਹੋਟਲ ਪੰਜਾਬ ਦੇ ਗਰੀਬਾਂ ਦੀ ਸੇਵਾ ਲਈ ਕਿਸੇ ਪਬਲਿਕ ਸਕੂਲ ਜਾਂ ਪਬਲਿਕ ਹਸਪਤਾਲ ਦੇ ਵਿੱਚ ਤਬਦੀਲ ਨਹੀਂ ਹੋ ਜਾਂਦਾ, ਮੈਂ ਓਨੀ ਦੇਰ ਤੱਕ ਪਿੱਛੇ ਨਹੀਂ ਹਟਾਂਗਾ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਰਾਜਨੀਤਿਕ ਲੋਕਾਂ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਸ਼ਬਦ ਬਾਣ ਚਲਾਉਣੇ ਕੋਈ ਨਵੀਂ ਗੱਲ ਨਹੀਂ। ਲੰਮੇ ਸਮੇਂ ਤੋਂ ਅਸੀਂ ਇਹੀ ਕੁਝ ਸੁਣਦੇ ਆਏ ਹਾਂ। ਹੁਣ ਤਾਂ ਕਈ ਲੋਕਾਂ ਦੇ ਸਾਨੂੰ ਰਾਜਨੀਤਿਕ ਬਿਆਨ ਦੂਣੀ ਦੇ ਪਹਾੜੇ ਵਾਂਗੂ ਚੇਤੇ ਹੋ ਗਏ ਆ, ਜਾਂ ਕਹਿ ਦਈਏ ਮਾਰਨਿੰਗ ਵਾਕ ਦੇ ਲੇਖ ਵਾਂਗੂ ਚੇਤੇ ਹੋ ਗਏ ਆ। ਪਰ ਸਵਾਲ ਇਹ ਪੈਦਾ ਹੁੰਦਾ ਕਿ ਇਹਨਾਂ ਬਿਆਨਾਂ ਨਾਲ ਪੰਜਾਬ ਦਾ ਸੰਵਰਿਆ ਕੀ ਆ। ਸਵਾਲ ਇਹ ਪੈਦਾ ਹੁੰਦਾ ਵੀ ਜਿਹੜੇ ਲੋਕ ਸਵਾਦ ਲੈਂਦੇ ਆ
ਉਹਨਾਂ ਲੋਕਾਂ ਨੂੰ ਵੀ ਅੱਜ ਤੱਕ ਇਸ ਵਿੱਚੋਂ ਕੀ ਲੱਭਿਆ। ਸੋ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਨਵਜੋਤ ਸਿੱਧੂ ਨੂੰ ਮਿਸਗਾਈਡਡ ਮਿਜ਼ਾਈਲ ਕਹਿਣਾ ਤੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਸਮੇਂ-ਸਮੇਂ ਤੇ ਸ਼ਬਦਕ ਵਾਰ ਕਰਨੇ ਵੀ ਇੱਕ ਵਾਰ ਉਹ ਕੁਆਲਿਸ ਦੇ ਵਿੱਚ ਆਏ ਸੀ, ਇੱਕ ਵਾਰੀ ਇਉਂ ਹੋਇਆ ਸੀ। ਇਹ ਕੋਈ ਨਵੀਆਂ ਗੱਲਾਂ ਨਹੀਂ, ਹੁਣ ਲੋਕਾਂ ਨੂੰ ਪਤਾ ਹੁੰਦਾ ਵੀ ਕਿਹਨੇ ਅਗਲੀ ਗੱਲ ਕਿਹੜੀ ਕਹਿਣੀ ਹੈ। ਪਰ ਗੱਲ ਇਹ ਆ ਵੀ ਪੰਜਾਬ ਦੇ ਮਸਲੇ ਕੌਣ ਹੱਲ ਕਰੂ। ਪੰਜਾਬ ਦੇ ਜਦੋਂ ਇਸ ਵਕਤ ਮਾਊਂਟ ਐਵਰੈਸਟ ਤੋਂ ਉੱਚੇ ਮਸਲੇ ਆ ਤੇ ਉਹਨਾਂ ਮਸਲਿਆਂ ਦੇ ਹੱਲ ਕਰਨ ਦੇ ਲਈ ਕੌਣ ਅੱਗੇ ਆਊਗਾ। ਇਹ ਤਾਂ ਹੋ ਗਈ ਆਪਸੀ ਜੰਗ, ਇਹ ਤਾਂ ਹੋ ਗਈ ਕੁਰਸੀਆਂ ਦੀ ਜੰਗ, ਪਰ ਇਹਦੇ ਵਿੱਚ ਪੰਜਾਬ ਦਾ ਭਲਾ ਤੁਹਾਨੂੰ ਕਿਹੜੇ ਪਾਸੇ ਲੁਕਿਆ ਦਿਸਦਾ, ਸਵਾਲ ਇਹ ਪੈਦਾ ਹੁੰਦਾ। ਸੋ ਭਾਵੇਂ ਨਵਜੋਤ ਸਿੰਘ ਸਿੱਧੂ ਹੋਣ, ਭਾਵੇਂ ਸੁਖਬੀਰ ਸਿੰਘ ਬਾਦਲ ਹੋਣ, ਭਾਵੇਂ ਕੋਈ ਹੋਰ ਸਿਆਸੀ ਧਿਰ ਹੋਵੇ, ਉਹਨੂੰ ਹੱਥ ਜੋੜ ਕੇ ਬੇਨਤੀ ਇਹ ਆ ਕਿ ਪੰਜਾਬ ਦੇ ਵੱਲ ਖਿਆਲ ਕਰਨਾ ਚਾਹੀਦਾ ਤੇ ਪੰਜਾਬ ਦੇ ਲੋਕਾਂ ਨੂੰ ਵੀ ਆਪਣੀ ਵੋਟ ਦੀ ਅਹਿਮੀਅਤ ਪਛਾਣਨੀ ਚਾਹੀਦੀ ਹੈ। ਇਹ ਨਹੀਂ ਕਿ ਅਸੀਂ ਉਹਦਾ ਤਾਂ ਰੌਲਾ ਪਾਉਂਦੇ ਆ ਪਰ ਵੋਟ ਪਾ ਕੇ ਬਾਅਦ ਦੇ ਵਿੱਚ ਫੇਰ ਬੂਥ ਦੇ ਵਿੱਚੋਂ ਆ ਕੇ ਕਹੇ ਪੰਜਾਬ ਦਾ ਕੁਛ ਨਹੀਂ ਬਣਨਾ। ਜੋ ਕੁਝ ਅਸੀਂ ਅੰਦਰ ਬਣਾ ਕੇ ਆਏ ਆ ਉਹਦੇ ਬਾਰੇ ਵੀ ਕਦੇ ਨਾ ਕਦੇ ਚੇਤਾ ਰੱਖਿਆ ਕਰਕੇ ਵੀ ਅਸੀਂ ਅੰਦਰ ਕੀ ਕੀਤਾ, ਕਿਹਨੂੰ ਵੋਟ ਪਾਈ ਹੈ। ਸੋ ਚੰਗੇ ਚੁਣੋ, ਜਿਹੜਾ ਵੀ ਤੁਹਾਨੂੰ ਚੰਗੇ ਲੱਗਦਾ। ਇਹ ਗੱਲ ਛੱਡੋ ਕਿ ਅਸੀਂ ਪਿਤਾ ਪੁਰਖੀ ਫਲਾਣੇ ਵਾਲਾ, ਅਸੀਂ ਉਹਦੇ ਵਾਲਾ, ਅਸੀਂ ਉਹਦੇ ਵਾਲਾ। ਜਿਹੜੇ ਵੀ ਬੰਦੇ ਨੇ ਤੁਹਾਡੇ ਹਲਕੇ 'ਚ ਕੰਮ ਕੀਤੇ ਆ ਉਹਨੂੰ ਪਹਿਲ ਦੇ ਆਧਾਰ ਤੇ ਵੋਟ ਪਾਓ। ਜਿਹਨੇ ਨਹੀਂ ਕੀਤੇ, ਤੁਹਾਡੀਆਂ ਉਮੀਦਾਂ ਤੇ ਖਰਾ ਨਹੀਂ ਉਤਰਿਆ ਤੇ ਉਹਨੂੰ ਨਕਾਰ ਦਿਓ, ਪਰ ਉਮੀਦ ਦੇ ਉੱਤੇ ਖਰਾ ਵੀ ਇਸ ਰੂਪ ਦੇ ਵਿੱਚ ਨਾ ਨਿਤਰੇ ਵੀ ਗਲਤ ਕੰਮ ਤੁਸੀਂ ਕੀਤਾ ਹੋਵੇ ਤੇ ਤੁਹਾਡੇ ਬੰਦੇ ਨੂੰ ਜਿਹਨੇ ਛੜਾਤਾ ਤੁਸੀਂ ਕਹੋ ਵੀ ਇਹ ਤਾਂ ਹੀਰਾ। ਇਉਂ ਨਹੀਂ, ਤੁਹਾਡੇ ਹਲਕੇ ਦਾ ਵਿਕਾਸ ਕੀਤਾ ਹੋਵੇ। ਤੇ ਇੱਕ ਜਾਣਕਾਰੀ ਹੋਰ ਦੇਣੀ ਬਣਦੀ ਆ, ਅਰਵਿੰਦ ਕੇਜਰੀਵਾਲ ਹੋਰੀ ਪਰਸੋਂ ਆਏ ਸੀ ਚੰਡੀਗੜ੍ਹ ਦੇ ਵਿੱਚ। ਉਹਨਾਂ ਨੇ ਕਿਹਾ ਸੀ ਕਿ 300 ਯੂਨਿਟ ਬਿਜਲੀ ਮਹੀਨੇ ਦੀ ਮੁਫਤ ਦੇਵਾਂਗੇ ਹਰ ਕਿਸੇ ਨੂੰ। ਉਹਨਾਂ ਨੇ ਕਿਹਾ ਸੀ ਜੀ ਕਿ ਅਸੀਂ ਆਪੇ ਵਸੀਲੇ ਪੈਦਾ ਕਰ ਲੈਣੇ ਆ। ਉਹਨਾਂ ਨੇ ਕਿਹਾ ਸੀ ਕੱਟ ਬਿਲਕੁਲ ਨਹੀਂ ਲੱਗਿਆ ਕਰੂਗਾ 2022 ਤੋਂ ਬਾਅਦ ਜੇਕਰ ਸਾਡੀ ਸਰਕਾਰ ਆ ਗਈ ਤੇ ਪੁਰਾਣੇ ਬਿੱਲ ਅਸੀਂ ਸਾਰੇ ਮਾਫ ਕਰ ਦੇਣੇ ਆ। 24 ਘੰਟੇ ਇਸ ਗੱਲ ਦੇ ਉੱਤੇ ਬੀਤੇ ਨਹੀਂ ਕਿ ਕੇਜਰੀਵਾਲ ਸਾਹਿਬ ਦੇ ਵੱਲੋਂ ਇੱਕ ਨਵਾਂ ਬਿਆਨ ਦਿੱਤਾ ਗਿਆ। ਉਹ ਕਹਿੰਦੇ ਵੀ SC BC ਤੇ BPL ਕਾਰਡ ਧਾਰਕਾਂ ਨੂੰ ਹੀ ਅਸੀਂ ਇਹ ਜਿਹੜੀ ਮੁਫਤ ਬਿਜਲੀ 300 ਯੂਨਿਟ ਦੇਵਾਂਗੇ, ਜਨਰਲ ਵਰਗ ਦੇ ਲਈ ਨਹੀਂ। ਸੋ ਇਸੇ ਕਰਕੇ ਰਾਜਨੀਤਿਕ ਪਾਰਟੀਆਂ ਜਿਹੜੀਆਂ ਵਿਰੋਧੀ ਸ਼ਰੀਕ ਪਾਰਟੀਆਂ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤੇ ਗਏ ਆ ਵੀ ਜਨਾਬ 24 ਘੰਟਿਆਂ ਦੇ ਵਿੱਚ ਹੀ ਬਦਲ ਗਏ ਤੇ ਹਾਲੇ ਪਤਾ ਨਹੀਂ 8 ਮਹੀਨਿਆਂ ਦੇ ਵਿੱਚ ਕਿੰਨਾ ਕੁ ਬਦਲਣਗੇ। ਇਸ ਗੱਲ ਦੀ ਥੋੜ੍ਹੀ ਜਿਹੀ ਤਸੱਲੀ ਪ੍ਰਗਟਾਈ ਜਾ ਸਕਦੀ ਹੈ ਕਿ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਲੋਕਾਂ ਨੂੰ, ਚੁਣੇ ਹੋਏ ਨੁਮਾਇੰਦਿਆਂ ਨੂੰ, ਸਾਡੇ ਮੰਤਰੀਆਂ ਨੂੰ ਪੰਜਾਬ ਦੇ ਲੋਕ ਸਵਾਲ ਕਰਨ ਲੱਗੇ ਆ। ਪਰ ਮੈਂ ਇਹ ਵੀ ਬੇਨਤੀ ਹਮੇਸ਼ਾ ਕੀਤੀ ਹੈ ਤੇ ਕਰਨੀ ਵੀ ਚਾਹੀਦੀ, ਸਾਨੂੰ ਸਭ ਨੂੰ ਕਹਿਣਾ ਚਾਹੀਦਾ, ਸਵਾਲ ਕਰਨਾ ਸਾਡਾ ਹੱਕ ਹੈ, ਅੱਖ ਦੇ ਵਿੱਚ ਅੱਖ ਪਾ ਕੇ ਗੱਲ ਕਰਨੀ ਸਾਡਾ ਹੱਕ ਹੈ, ਪਰ ਸ਼ਬਦਾਂ ਦੀ ਮਰਿਆਦਾ ਨੂੰ ਸਮਝ ਕੇ ਸਾਰੀ ਗੱਲ ਕਰਨੀ ਚਾਹੀਦੀ ਹੈ। ਇੱਥੇ ਕੋਈ ਤੂੰ ਤੜਕ ਵਾਲੀ ਗੱਲ ਨਹੀਂ। ਅਸਲ ਦੇ ਵਿੱਚ ਅਸੀਂ ਆਪਦੇ ਸਵਾਲਾਂ ਦੇ ਨਾਲ ਹੀ ਕਿਸੇ ਨੂੰ ਨਿਰ ਉੱਤਰ ਕਰ ਸਕਦੇ ਹਾਂ, ਪਰ ਜੇਕਰ ਅਸੀਂ ਕਿਸੇ ਦੇ ਉੱਤੇ ਸ਼ਬਦਕ ਵਾਰ ਕਰੀਏ ਗਾਲਾਂ ਦੇ ਰੂਪ ਦੇ ਵਿੱਚ, ਇਹ ਵੀ ਬੜੀ ਮਾੜੀ ਗੱਲ ਹੋਊਗੀ। ਸੋ ਆਉਂਦੇ ਸਮੇਂ ਦੇ ਵਿੱਚ ਵੀ ਤੁਹਾਡੇ ਹਲਕਿਆਂ ਦੇ ਵਿੱਚ ਜਿਹੜੇ ਵੀ ਨੇਤਾ ਆਉਂਦੇ ਆ, ਸਵਾਲ ਤਿੱਖੇ ਤੋਂ ਤਿੱਖੇ ਕਰੋ, ਪਰ ਸ਼ਬਦਾਂ ਦੀ ਮਰਿਆਦਾ ਨੂੰ ਸਮਝ ਕੇ ਫੇਰ ਹੀ ਸਵਾਲ ਕਰਨੇ ਚਾਹੀਦੇ ਆ। ਸਾਧੂ ਸਿੰਘ ਧਰਮਸੋਤ ਕੱਲ੍ਹ ਆਪਣੇ ਹਲਕੇ ਦੇ ਵਿੱਚ ਨਾਭਾ ਦੇ ਇੱਕ ਪਿੰਡ ਦੇ ਵਿੱਚ ਗਏ ਸੀ ਸੜਕ ਦਾ ਉਦਘਾਟਨ ਕਰਨ ਦੇ ਲਈ ਜਾਂ ਨੀਂਹ ਪੱਥਰ ਰੱਖਣ ਦੇ ਲਈ। ਉੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੇ ਇਹਨਾਂ ਨੂੰ ਘੇਰ ਲਿਆ। ਧਰਮਸੋਤ ਹੋਰੀ ਕਹਿੰਦੇ ਬੇਫਿਕਰ ਰਹੋ, ਮੈਂ ਤੁਹਾਡੇ ਨਾਲ ਆ, ਬਿਜਲੀ ਤੁਹਾਨੂੰ 8 ਘੰਟੇ ਮਿਲੂਗੀ, ਮੇਰਾ ਵਾਅਦਾ, ਬਾਕੀ ਛੱਡੋ, ਮੈਂ ਜ਼ਿੰਮੇਵਾਰ ਹਾਂ ਇਹਦਾ। ਕਿਸਾਨਾਂ ਨੇ ਕੱਲਾ ਸਵਾਲ ਆ ਜਿਹੜਾ ਉਹ ਕੀਤਾ ਤਿੱਖੇ ਰੌਂ ਦੇ ਵਿੱਚ। ਉਹ ਕਹਿੰਦੇ ਵੀ ਇਹ ਦੱਸੋ ਵੀ ਘਰ ਘਰ ਸਾਨੂੰ ਰੁਜ਼ਗਾਰ ਮਿਲ ਗਿਆ। ਇਹ ਦੱਸੋ ਜੀ ਕਿ ਹੁਣ ਜਦੋਂ ਵੋਟਾਂ ਸਿਰ ਦੇ ਉੱਤੇ ਆ ਗਈਆਂ ਤਾਂ ਤੁਸੀਂ ਸੜਕਾਂ ਦੇ ਨੀਂਹ ਪੱਥਰ ਰੱਖਣ ਲੱਗ ਪਏ ਆ। ਇਹ ਦੱਸੋ ਜੀ ਕਿ ਪੰਜਾਬ ਦੇ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ ਹੋ ਗਿਆ। ਇਹ ਦੱਸੋ ਵੀ ਜਿਹੜੀ ਸਕਾਲਰਸ਼ਿਪ ਸਕੀਮ ਦੀ ਰਕਮ ਸੀਗੀ ਉਹਦਾ ਕੀ ਬਣਿਆ, ਕਿਹੜੇ ਪਾਸੇ ਗਈ। ਤੇ ਬਹੁਤ ਸਾਰੇ ਤਿੱਖੇ ਸਵਾਲ ਕੀਤੇ ਆ ਕਿਸਾਨਾਂ ਨੇ। ਉਹ ਕਹਿੰਦੇ ਵੀ ਟਾਵਰ ਦੇ ਉੱਤੇ ਚੜ੍ਹਿਆ ਬੈਠਾ ਨੌਜਵਾਨ, ਉਹਦਾ ਤੁਸੀਂ ਕਦੇ ਸਾਰ ਨਹੀਂ ਲਈ, ਉਹਦਾ ਕਦੇ ਕੋਈ ਖਿਆਲ ਨਹੀਂ ਕੀਤਾ। ਪਰ ਨੌਕਰੀਆਂ ਕਿਹਨਾਂ ਨੂੰ ਦਿੱਤੀਆਂ ਜਾ ਰਹੀਆਂ, ਇਸ ਮੌਕੇ ਦੇ ਉੱਤੇ ਇੱਕ ਔਰਤ ਦੇ ਵੱਲੋਂ ਬਹੁਤ ਤਿੱਖੇ ਸਵਾਲ ਕੀਤੇ ਗਏ ਆ ਤੇ ਉਹਦੇ ਵੱਲੋਂ ਕੁਝ ਇਹੋ ਜਿਹੇ ਸ਼ਬਦ ਵੀ ਕਹੇ ਗਏ ਆ ਜਿਹੜੇ ਕਿ ਸ਼ਾਇਦ ਸਾਧੂ ਸਿੰਘ ਧਰਮਸੋਤ ਹੋਰਾਂ ਨੂੰ ਚੁਭਣਗੇ ਵੀ। ਗੱਲ ਇਹ ਆ ਕਿ ਪੰਜਾਬ ਦੇ ਲੋਕ ਅੱਕੇ ਪਏ ਆ, ਇਕੱਲੇ BJP ਦੇ ਆਗੂਆਂ ਦੇ ਉੱਤੇ ਨਹੀਂ, ਕਾਂਗਰਸ ਦੇ ਉਹਨਾਂ ਨੇਤਾਵਾਂ ਦੇ ਉੱਤੇ ਵੀ ਅੱਕੇ ਪਏ ਆ ਜਿਨ੍ਹਾਂ ਨੇ ਸੁਪਨੇ ਬਹੁਤ ਦਿਖਾਏ ਸੀ ਪਰ ਉਹਨਾਂ ਸੁਪਨਿਆਂ ਨੂੰ ਬੂਰ ਨਹੀਂ ਲਾਇਆ। ਇਸ ਕਰਕੇ ਆਉਂਦੇ ਸਮੇਂ ਦੇ ਵਿੱਚ ਸਮੱਸਿਆਵਾਂ ਵੱਧ ਸਕਦੀਆਂ ਜੇਕਰ ਕਾਂਗਰਸ ਦੀ ਸਰਕਾਰ ਦੇ ਵੱਲੋਂ ਲੋਕਾਂ ਨਾਲ ਕੀਤੇ ਹੋਏ ਵਾਅਦੇ ਪ੍ਰੈਕਟੀਕਲ ਤੌਰ ਦੇ ਉੱਤੇ ਪੂਰੇ ਨਾ ਕੀਤੇ ਗਏ। ਹੁਣ ਤੁਸੀਂ ਕਿਸੇ ਕਾਂਗਰਸੀ ਨੇਤਾ ਨੂੰ ਇਹ ਗੱਲ ਕਹੋ ਸਾਡੇ ਵਾਅਦੇ ਪੂਰੇ ਕੀਤੇ, ਅਗਲਾ ਕਹੂਗਾ ਹਾਂ ਕੀਤੇ। ਪਰ ਜਦੋਂ ਤੁਸੀਂ ਕੱਲਾ ਨੁਕਤਾ ਦੱਸੋਗੇ ਵੀ ਆਹ ਦੇਖੋ ਤੁਹਾਡੇ ਚੋਣ ਮੈਨੀਫੈਸਟੋ ਦੇ ਵਿੱਚ ਆਹ ਗੱਲ ਸੀ, ਕਿੱਥੇ ਪੂਰੀ ਹੋਈ, 2 ਨੰਬਰ ਦੇ ਉੱਤੇ ਆਹ ਗੱਲ ਸੀ, ਕਿੱਥੇ ਪੂਰੀ ਹੋਈ, 5 ਨੰਬਰ ਤੇ ਆਹ ਗੱਲ ਸੀ, ਕਿੱਥੇ ਪੂਰੀ ਹੋਈ, ਫੇਰ ਘਿਰਦੇ ਆ। ਗਾਲ ਦੁੱਪੜ ਦੇ ਨਾਲ ਨਹੀਂ, ਉੱਦਾਂ ਅਸੀਂ ਆਪਣੀ ਦਲੀਲ ਦੇ ਨਾਲ, ਅਸੀਂ ਆਪਣੇ ਤਰਕ ਦੇ ਨਾਲ, ਅਸੀਂ ਆਪਣੇ ਤੱਥ ਦੇ ਨਾਲ ਕਿਸੇ ਨੂੰ ਵੀ ਘੇਰ ਸਕਦੇ ਹਾਂ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਕਿਸਾਨਾਂ ਨੇ ਜ਼ਬਰਦਸਤ ਵਿਰੋਧ ਕੀਤਾ। ਧਰਮਸੋਤ ਨਾਭੇ ਦੇ ਪਿੰਡ ਦੇ ਵਿੱਚ ਪਹੁੰਚੇ ਸਨ ਜਿੱਥੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਵਿਰੋਧ ਕੀਤਾ ਗਿਆ। ਪੁਲਿਸ ਵੱਲੋਂ ਬੜੀ ਮੁਸ਼ੱਕਤ ਦੇ ਨਾਲ ਧਰਮਸੋਤ ਨੂੰ ਕਿਸਾਨਾਂ ਦੀ ਭੀੜ ਵਿੱਚੋਂ ਕੱਢਿਆ ਗਿਆ। ਇਸ ਦੌਰਾਨ ਮੰਤਰੀ ਤੇ ਕਿਸਾਨਾਂ ਦਰਮਿਆਨ ਤਿੱਖੀ ਬਹਿਸ ਵੀ ਹੋਈ। ਦਰਅਸਲ ਪਿੰਡਾਂ ਦੇ ਵਿੱਚ ਬਿਜਲੀ ਦੀ ਸਪਲਾਈ ਨਹੀਂ ਆ ਰਹੀ, ਇਸ ਕਰਕੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ। ਇਸ ਦੇ ਨਾਲ ਹੀ ਕਿਸਾਨਾਂ ਨੇ ਕਿਹਾ ਕਿ ਸਰਕਾਰ ਨੇ ਵਾਅਦਾ ਕਰਨ ਦੇ ਬਾਵਜੂਦ ਕਰਜ਼ੇ ਮਾਫ ਨਹੀਂ ਕੀਤੇ, ਘਰ ਘਰ ਨੌਕਰੀ ਦਾ ਵਾਅਦਾ ਸਰਕਾਰ ਨੇ ਪੂਰਾ ਨਹੀਂ ਕੀਤਾ। ਵਿਰੋਧ ਕਰ ਰਹੇ ਲੋਕਾਂ ਨੇ ਕਿਹਾ ਕਿ ਸਾਡੇ ਤੋਂ ਵੋਟਾਂ ਲੈ ਕੇ ਇਹ ਮੰਤਰੀ ਸਾਡੀ ਹੀ ਗੱਲ ਨਹੀਂ ਸੁਣਦੇ।
ਕਿਸਾਨਾਂ ਨੇ ਕਿਹਾ ਕਿ ਜੇ ਅਸੀਂ ਬਿਜਲੀ ਦੇ ਬਿੱਲ ਨਾ ਭਰਗੇ ਤਾਂ ਜੁਰਮਾਨੇ ਭਰਨੇ ਪੈਂਦੇ ਨੇ, ਪਰ ਜਦੋਂ ਸਾਨੂੰ ਲੋੜ ਸਮੇਂ ਬਿਜਲੀ ਨਹੀਂ ਮਿਲਦੀ ਤਾਂ ਕੋਈ ਕੁਝ ਨਹੀਂ ਕਰਦਾ। ਧਰਮਸੋਤ ਨਾਭੇ ਦੇ ਵਿੱਚ 9 ਕਰੋੜ ਰੁਪਏ ਨਾਲ ਸ਼ੁਰੂ ਹੋਣ ਵਾਲੇ 40 ਪਿੰਡਾਂ ਨੂੰ ਜੋੜਨ ਵਾਲੀ ਸੜਕ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਵਾਸਤੇ ਪਿੰਡ ਦੇ ਵਿੱਚ ਪਹੁੰਚੇ ਸਨ। ਧਰਮਸੋਤ ਨੇ ਕਿਹਾ ਕਿ ਇਹਨਾਂ ਦਾ ਕੰਮ ਰੌਲਾ ਪਾਉਣਾ ਹੈ ਤੇ ਸਾਡਾ ਕੰਮ ਵਿਕਾਸ ਕਰਨਾ। ਪਿੰਡਾਂ ਵਿੱਚ ਬਿਜਲੀ ਸਪਲਾਈ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਭਾਖੜਾ ਡੈਮ ਦੇ 2 ਯੂਨਿਟ ਖਰਾਬ ਹੋਏ ਨੇ, ਪਰ ਬਿਜਲੀ ਦੀ ਸਪਲਾਈ ਬਹੁਤ ਜਲਦ ਠੀਕ ਹੋ ਜਾਏਗੀ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿਸਾਨ ਵੀ ਇਸ ਗੱਲ ਨੂੰ ਜਾਣਦੇ ਵੀ ਚੱਲਦੇ ਕੰਮ ਦੇ ਵਿੱਚ ਕਦੇ ਨਾ ਕਦੇ ਅੜਿੱਕਾ ਪੈ ਜਾਂਦਾ। ਮੰਨ ਲਿਆ ਵੀ ਭਾਈ ਡੈਮ ਦੇ 2 ਯੂਨਿਟ ਖਰਾਬ ਹੋਏ ਪਏ ਆ, ਉਹ ਅੱਜ ਨਹੀਂ ਤਾਂ ਚਲੋ ਕੱਲ੍ਹ ਨੂੰ ਠੀਕ ਹੋ ਜਾਣਗੇ, ਪਰ ਪਹਿਲ ਦੇ ਆਧਾਰ ਦੇ ਉੱਤੇ ਕਾਹਲੀ ਉਹ ਠੀਕ ਵੀ ਕਰਨੇ ਚਾਹੀਦੇ, ਪਹਿਲੀ ਗੱਲ। ਦੂਜੀ ਗੱਲ ਇਹ ਆ ਵੀ ਪੰਜਾਬ ਦੇ ਵਿੱਚ ਬਿਜਲੀ ਸਸਤੀ ਕਰਨ ਦੀ ਗੱਲ ਕੀਤੀ ਗਈ ਸੀ, ਪਰ ਮਹਿੰਗੀ ਕਿੰਨੇ ਵਾਰ ਹੋਈ ਆ 4.5 ਵਰਿਆਂ ਦੇ ਵਿੱਚ, ਇਹਦਾ ਉੱਤਰ ਦੇਣਾ ਚਾਹੀਦਾ ਸਰਕਾਰ ਨੂੰ। ਇੰਨੀ ਮਹਿੰਗੀ ਬਿਜਲੀ ਕਰਕੇ ਫਿਰ ਵੀ ਕਹਿੰਦੇ ਡਿਪਾਰਟਮੈਂਟ ਘਾਟੇ ਦੇ ਵਿੱਚ ਆ, ਤੇ ਜੇਕਰ ਹੁਣ ਵੀ ਘਾਟੇ ਦੇ ਵਿੱਚ ਆ ਤੇ ਫਿਰ ਤੁਸੀਂ ਇਹ ਗੱਲ ਕਿਉਂ ਕਹਿੰਦੇ ਵੀ ਕੇਜਰੀਵਾਲ ਪੰਜਾਬ ਦੇ ਵਿੱਚ ਆ ਕੇ ਝੂਠੀਆਂ ਗੱਲਾਂ ਕਰਦਾ, ਸੱਚੀ ਤੁਸੀਂ ਕਿਹੜਾ ਕੀਤੀ ਹੈ? ਸਵਾਲਾਂ ਦੇ ਉੱਤੇ ਸਵਾਲ ਕਰਨਾ ਬਣਦਾ। ਤੀਜੀ ਗੱਲ ਇਹ ਹੈਗੀ ਆ ਵੀ ਜਦੋਂ ਸਾਧੂ ਸਿੰਘ ਧਰਮਸੋਤ ਹੋਰਾਂ ਨੂੰ ਕਿਹਾ ਗਿਆ ਵੀ ਕੱਲੇ ਘਰ ਦੇ ਵਿੱਚ ਨੌਕਰੀ ਮਿਲੀ, ਤਾਂ ਇਹਦਾ ਅਰਥ ਸਮਝਣਾ ਚਾਹੀਦਾ ਵੀ ਲੋਕ ਕਲਪੇ ਕਿੰਨੇ ਹੋਏ ਆ। ਜੇ ਤਾਂ ਇੱਥੇ ਕਿਸੇ ਵਿਧਾਇਕ ਦੇ ਪੁੱਤ ਨੂੰ ਨੌਕਰੀ ਦੇਣੀ ਹੋਵੇ ਤਾਂ ਸਾਰੀ ਕੈਬਨਿਟ ਇੱਕ ਹੋ ਜਾਂਦੀ ਹੈ, ਤੇ ਜੇ ਕਿਸੇ ਨੇ ਡਿਗਰੀਆਂ ਬੋਝੇ ਦੇ ਵਿੱਚ ਪਾ ਕੇ ਤੇ ਮੋਤੀ ਮਹਿਲ ਦੇ ਵੱਲ ਜਾਣਾ ਹੋਵੇ ਤਾਂ ਉਹਨਾਂ ਦੇ ਉੱਤੇ ਡਾਂਗਾ ਵਰਦੀਆਂ। ਕਸੂਰ ਕੀ ਹੈ? ਮੋਤੀ ਮਹਿਲ ਦੇ ਵਿੱਚ ਬੈਠਿਆਂ ਨੂੰ ਵੀ ਮੁੱਖ ਮੰਤਰੀ ਦੇ ਰੁਤਬੇ ਤੱਕ ਪਹੁੰਚਾਉਣ ਵਾਲੇ ਇਹੀ ਲੋਕ ਆ, ਇਹਨਾਂ ਦੀਆਂ ਵੋਟਾਂ। ਸੋ ਜਦੋਂ ਟਾਵਰਾਂ ਦੇ ਉੱਤੇ ਚੜ੍ਹੇ ਹੋਣ ਨੌਜਵਾਨ ਤੇ ਸਰਕਾਰਾਂ ਨੂੰ ਦੇਣ ਖਿਆਲ, ਤੇ ਫਿਰ ਲੋਕਾਂ ਨੇ ਵਿਰੋਧ ਕਰਨਾ ਹੀ ਹੋਇਆ। ਜਦੋਂ ਬਿਜਲੀ ਪੂਰੀ ਨਾ ਮਿਲਦੀ ਹੋਵੇ ਤੇ ਸਰਕਾਰ ਆਪਣੇ ਹਿੱਸੇ ਦਾ ਵੈਟ ਘਟਾਉਣ ਦੀ ਥਾਂ ਦੇ ਉੱਤੇ ਇਹ ਗੱਲ ਕਹਿੰਦੀ ਹੋਵੇ ਵੀ ਸਾਨੂੰ ਮਾਲੀਏ ਦਾ ਵੀ ਖਿਆਲ ਰੱਖਣਾ ਪੈਂਦਾ, ਤੇ ਪੈਟਰੋਲ ਦੀ ਕੀਮਤ 100 ਨੂੰ ਪਾਰ ਕਰ ਗਈ ਹੋਵੇ ਤੇ 92 ਰੁਪਏ ਨੂੰ ਲੀਟਰ ਆ ਜਿਹੜਾ ਉਹ ਡੀਜ਼ਲ ਪਹੁੰਚ ਗਿਆ ਹੋਵੇ, ਤੇ ਵਿਰੋਧ ਕਰਨ ਵਾਲਾ ਕੋਈ ਹੋਰ ਹੈ ਨਹੀਂਗਾ। ਪੰਜਾਬ ਦੇ ਵਿੱਚ ਵੀ ਸਾਰਿਆਂ ਦੀ ਗੈਰਤ ਪਤਾ ਨਹੀਂ ਕਿਉਂ ਮਰੀ ਪਈ ਆ, ਪੂਰੇ ਦੇਸ਼ ਦੇ ਵਿੱਚ ਮਰੀ ਪਈ ਆ, ਬੇਗੈਰਤੇ ਹੋ ਗਏ ਆ। ਸਿਰਫ ਕਿਸਾਨ ਆ ਜਿਹੜੇ ਇਸ ਵਕਤ ਤਿੰਨਾਂ ਕਾਨੂੰਨਾਂ ਦੇ ਖਿਲਾਫ ਵੀ ਲੜ ਰਹੇ ਆ, ਤੇ ਜੋ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ, ਜੋ ਰਸੋਈ ਗੈਸ ਦੀਆਂ ਕੀਮਤਾਂ 'ਚ ਵਾਧਾ ਹੁੰਦਾ, ਜੋ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੁੰਦਾ, ਉਹਦੇ ਖਿਲਾਫ ਵੀ ਸੰਘਰਸ਼ ਕਰ ਰਹੇ ਆ। ਤੇ ਇਹਨਾਂ ਕਿਸਾਨਾਂ ਨੂੰ ਅਸੀਂ ਕਹਿੰਦੇ ਆ ਇਹ ਤਾਂ ਅੱਤਵਾਦੀ ਹਨ, ਇਹ ਤਾਂ ਵਿਕੇ ਹੋਏ ਹਨ, ਇਹ ਤਾਂ ਫੰਡੀਆਂ ਤੇ ਪਲਦੇ ਹਨ। ਬੇਗੈਰਤੇ ਨਹੀਂ, ਗੈਰਤਮੰਦ ਹੋਣਾ ਚਾਹੀਦਾ। ਚੀਕ ਜੇਕਰ ਨਿਕਲੀ ਆ ਤਾਂ ਫਿਰ ਪ੍ਰਗਟਾਵਾ ਕਰੋ ਵੀ ਤੁਸੀਂ ਕਹਿੰਦੇ ਸੀ ਅਸੀਂ ਮਹਿੰਗਾਈ ਖਤਮ ਕਰਾਂਗੇ, ਆ ਮਹਿੰਗਾਈ ਖਤਮ ਹੋ ਗਈ। 107 ਰੁਪਏ ਲੀਟਰ ਜਦੋਂ ਪੈਟਰੋਲ ਦੀ ਕੀਮਤ ਹੋ ਜੇ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਰੁਕਣ ਦਾ ਇਸ਼ਾਰਾ ਕਰਦੀ ਹੈ। ਕੱਲ੍ਹ ਨੂੰ ਇਸੇ ਵੇਲੇ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।